ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਸੇਵਕ ਸਿੰਘ ਹਜੂਰੀ ਕਥਾਵਾਚਕ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ। ਅਤੇ ਮੈਂ ਕੱਲ੍ਹ ਵੀ ਲਾਈਵ ਹੋਇਆ ਸੀ ਇੱਕ ਵਿਸ਼ਾ ਲੈ ਕਰਕੇ ਕਿ ਜਿਹੜਾ ਮਲੇਸ਼ੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੂਪ ਤਿਆਰ ਕੀਤਾ ਗਿਆ, ਜਿਹਦਾ ਵਜ਼ਨ ਤਕਰੀਬਨ 7 ਕੁਇੰਟਲ ਹੈ। ਅਤੇ ਅੱਜ ਉਹ ਸਰੂਪ ਦੇ ਬਾਰੇ ਬੜੀਆਂ ਅਹਿਮ ਜਾਣਕਾਰੀਆਂ ਜੋ ਮੇਰੇ ਵੀਰ ਪਤਵੰਤੇ ਮਲੇਸ਼ੀਆ ਦੇ ਵਿੱਚ ਮੇਰੇ ਨਾਲ ਜੁੜੇ ਸਨ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ, ਅਤੇ ਉਹ ਜਾਣਕਾਰੀਆਂ ਮੈਂ ਆਪ ਸਿੱਖ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਲੱਗਾ ਵੀ ਵੇਖੋ ਇਹ ਕਿੰਨਾ ਗਲਤ ਕੰਮ ਹੋਇਆ ਅਤੇ ਕਿਵੇਂ ਹੋਇਆ। ਇਹਦੀ ਪੂਰੀ ਇਨਫੋਰਮੇਸ਼ਨ ਮੈਂ ਕੱਢੀ ਵੀ ਕਿਵੇਂ ਛਪਿਆ, ਕਿਹਨੇ ਬਣਾਇਆ, ਕਿਉਂ ਬਣਾਇਆ ਅਤੇ ਕਿਸ ਨੀਅਤ ਦੇ ਨਾਲ ਬਣਾਇਆ ਗਿਆ। ਅਤੇ ਇਹ ਜਦੋਂ ਮੈਂ ਖੁਲਾਸੇ ਤੁਹਾਡੇ ਸਾਹਮਣੇ ਕਰਨ ਲੱਗਾ ਤੁਸੀਂ ਹੈਰਾਨ ਹੋ ਜਾਓਗੇ, ਅਤੇ ਮੈਂ ਬੇਨਤੀ ਕਰਾਂਗਾ ਵੀਡੀਓ ਅੱਗੇ ਸ਼ੇਅਰ ਕਰਿਓ ਜੇ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਕਹਾਣੀ ਹੈ ਵੀ ਇਹ ਜਿਹੜਾ ਸਰੂਪ ਹੈ ਇਹ ਮਲੇਸ਼ੀਆ ਦੇ ਵਿੱਚ ਇੱਕ ਪੈਂਦਾ ਹੈ ਪੁਚੰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ। ਉੱਥੋਂ ਦਾ ਜੋ ਪ੍ਰਧਾਨ ਹੈ ਉਸ ਪ੍ਰਧਾਨ ਨੇ ਇਹ ਆਪਣੀ ਮਰਜ਼ੀ ਦੇ ਨਾਲ ਬਣਾਇਆ, ਅਤੇ ਜਦੋਂ ਇਹ ਸਰੂਪ ਬਣਾਉਣ ਲੱਗਾ ਅਤੇ ਮਲੇਸ਼ੀਆ ਜਿਹੜੀ ਕੌਂਸਲ ਹੈ ਉਹਦੇ ਵੱਲੋਂ ਇਹਦਾ ਵਿਰੋਧ ਕੀਤਾ ਗਿਆ। ਉਹਨੂੰ ਮੀਟਿੰਗ ਦੇ ਵਿੱਚ ਪੁੱਛਿਆ ਗਿਆ ਵੀ ਤੂੰ ਇਹ ਸਰੂਪ ਕਿਉਂ ਬਣਾ ਰਿਹਾ, ਅਤੇ ਉਹਨੇ ਅੱਗੋਂ ਇੱਕ ਜਵਾਬ ਦਿੱਤਾ। ਉਹ ਕਹਿੰਦਾ ਵੀ ਮੈਂ ਐਡਾ ਵੱਡਾ ਜਿਹੜਾ ਸਰੂਪ ਬਣਾਉਣ ਲੱਗਾ ਤੁਸੀਂ ਮੇਰੇ 'ਤੇ ਕਿੰਤੂ ਪਰੰਤੂ ਕਰ ਰਹੇ ਹੋ, ਅਤੇ ਜਿਹੜੇ ਛੋਟੇ ਛੋਟੇ ਡੱਬੀ ਵਰਗੇ ਸਰੂਪ ਕਈਆਂ ਨੇ ਬਣਾਏ ਨੇ ਉਹਨਾਂ 'ਤੇ ਕਿੰਤੂ ਪਰੰਤੂ ਕਿਉਂ ਨਹੀਂ ਹੋਇਆ। ਅਤੇ ਇਹ ਗੱਲ 'ਤੇ ਕਿਤੇ ਨਾ ਕਿਤੇ ਗਲਤੀ ਸਾਡੀ ਇਹ ਵੀ ਹੈ ਵੀ ਗੁਰੂ ਸਾਹਿਬ ਦੇ ਸਰੂਪ ਛੋਟੇ ਛੋਟੇ ਇੰਨੇ ਨੇ ਜਿਹੜੇ ਪੜ੍ਹੇ ਨਹੀਂ ਜਾ ਸਕਦੇ, ਉਹ ਬਣਾ ਕੇ ਕਈਆਂ ਨੇ ਰੱਖੇ ਹੋਏ ਨੇ। ਇਹ ਵੀ ਗਲਤ ਹੈ। ਜੇ ਐਡਾ ਵੱਡਾ ਬਣਾਉਣਾ ਗਲਤ ਹੈ ਅਤੇ ਇੰਨਾ ਛੋਟਾ ਜਿਹਾ ਬਣਾਉਣਾ ਵੀ ਤਾਂ ਗਲਤ ਹੈ ਨਾ ਫਿਰ, ਕਿਉਂਕਿ ਗੁਰਬਾਣੀ ਤਾਂ ਪੜ੍ਹਨ ਲਈ ਹੈ। ਸਤਿਗੁਰੂ ਕਹਿੰਦੇ ਗੁਰਬਾਣੀ ਗਾਵ ਹੈ ਭਾਈ ਸਫਲ ਸਦਾ ਸੁਖਦਾਈ, ਜਾਂ ਸਤਿਗੁਰੂ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਕੇਵਲ ਪੜ੍ਹਨ ਲਈ ਹੈ, ਗਾਉਣ ਦੇ ਲਈ ਹੈ। ਹੁਣ ਨਾ ਤਾਂ ਬਿਲਕੁਲ ਛੋਟਾ ਜਿਹਾ ਸਰੂਪ ਡੱਬੀ ਜਿੰਨਾ ਬਣਾ ਕੇ ਜਿਹਨੇ ਰੱਖ ਦਿੱਤਾ ਉਹ ਪੜ੍ਹਿਆ ਜਾ ਸਕਦਾ ਹੈ, ਅਤੇ ਨਾ ਹੀ ਐਡਾ ਵੱਡਾ ਸਰੂਪ। ਹੁਣ ਇਹ ਸਰੂਪ ਦਾ ਜਿਹੜਾ ਆਕਾਰ ਹੈ, ਮੈਨੂੰ ਮਿਲੀ ਹੋਈ ਜਾਣਕਾਰੀ ਜਿਹੜੀ ਉੱਥੋਂ ਦੇ ਮੌਜੂਦਾ ਮੇਰੇ ਵੀਰ ਜਿਹੜੇ ਉੱਥੇ ਪਹੁੰਚੇ ਨੇ, ਕੁਝ ਗ੍ਰੰਥੀ ਨੇ, ਕੁਝ ਉੱਥੇ ਸਿਟੀਜ਼ਨਸ਼ਿਪ ਵੀ ਹੋ ਸਕਦੇ ਨੇ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ। ਇਸ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਬਣਾਇਆ ਗਿਆ ਇਹਦਾ ਇੱਕ ਅੰਗ ਜਿਹੜਾ 6.5 ਫੁੱਟ ਦਾ ਹੈ। ਜਦੋਂ ਇਹਦਾ ਪ੍ਰਕਾਸ਼ ਕਰਾਂਗੇ ਤਾਂ 13 ਫੁੱਟ ਥਾਂ ਚਾਹੀਦੀ, 13 ਫੁੱਟ। ਬਹਿ ਕੇ ਨਹੀਂ ਪੜ੍ਹਿਆ ਜਾ ਸਕਦਾ। ਉਹ ਪਤਵੰਤੇ ਵੀਰ ਨੇ ਦੱਸਿਆ, ਕਹਿੰਦੇ ਤੁਰ ਫਿਰ ਕੇ ਪੜ੍ਹਿਆ ਜਾ ਸਕਦਾ ਵੀ ਬੰਦਾ ਤੁਰਦਾ ਤੁਰਦਾ ਐ ਨੂੰ ਜਾਵੇ। ਹੁਣ 13 ਫੁੱਟ ਥਾਂ ਬਹੁਤ ਹੋ ਗਈ, ਕਮਰਾ ਵੀ ਆਪਣਾ 12 ਫੁੱਟ ਦਾ ਹੁੰਦਾ, 13 ਫੁੱਟ ਕਿੰਨੀ ਥਾਂ ਹੋ ਗਈ। ਤੁਰ ਕੇ ਐ ਨੂੰ ਜਾਵੇ, ਫਿਰ ਤੁਰ ਕੇ ਐ ਨੂੰ ਜਾਵੇ, ਫਿਰ ਤੁਰ ਕੇ ਐ ਨੂੰ ਜਾਵੇ, ਫਿਰ ਇਹ ਪੜ੍ਹਿਆ ਜਾ ਸਕਦਾ। ਅਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਇਹ ਸਰੂਪ ਲਿਖਾਇਆ ਨਹੀਂ ਗਿਆ। ਇਹ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਕੈਨ ਕਰਕੇ ਫਿਰ ਜ਼ੂਮ ਕਰਕੇ ਵੱਡਾ ਕਰਕੇ ਫਿਰ ਇਹ ਕੇਵਲ ਕਾਪੀ ਕੀਤਾ ਗਿਆ, ਮਤਲਬ ਫੋਟੋ ਸਟੇਟ ਜਿਹਨੂੰ ਕਹਿ ਸਕਦੇ ਹਾਂ, ਜ਼ੂਮ ਕਰਕੇ ਵਧੀਆ ਕੁਆਲਿਟੀ ਦੇ ਨਾਲ। ਅਤੇ ਜਿਹੜੇ ਪ੍ਰਧਾਨ ਨੇ ਇਹ ਬਣਾਇਆ, ਪੁਚੰਗ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਧਾਨ ਹੈ ਜਿਸ ਨੇ ਇਹ ਬਣਾਇਆ ਹੈ, ਉਹਦੀ ਆਪਣੀ ਲੈਬ ਹੈ। ਉਹਨੇ ਆਪਣੀ ਲੈਬ ਦੇ ਵਿੱਚ ਇਹ ਮਤਲਬ ਸਕੈਨ ਕਰਕੇ ਬਣਾਇਆ। ਅਤੇ ਇੱਕ ਇਹਦੀ ਬਾਬਤ ਹੋਰ ਜਿਹੜੀ ਵੱਡੀ ਸੱਚਾਈ ਸਾਹਮਣੇ ਆਈ ਹੈ, ਮੈਨੂੰ ਦੱਸਿਆ ਵੀ ਜਦੋਂ ਇਹ ਸਰੂਪ ਬਣ ਰਿਹਾ ਸੀ ਅਤੇ ਮਲੇਸ਼ੀਆ ਦੀਆਂ ਸੰਗਤਾਂ ਤੋਂ ਉਗਰਾਹੀ ਬੜੀ ਇਕੱਠੀ ਕੀਤੀ ਗਈ ਹੈ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ 1000 ਰਿੰਗਟ ਮਲੇਸ਼ੀਆ ਦਾ ਇੱਕ ਅੰਗ ਦੀ ਰਸੀਦ ਕੱਟੀ ਗਈ ਹੈ। 1000 ਰਿੰਗਟ ਦੀ ਇੱਕ ਅੰਗ ਦੀ ਸੇਵਾ, ਸੰਗਤ ਨੂੰ ਕਿਹਾ ਗਿਆ ਵੀ ਇੱਕ ਇੱਕ ਅੰਗ ਦੀ ਤੁਸੀਂ ਸੇਵਾ ਲਓ ਅਤੇ ਇਹ ਸਰੂਪ ਆਪਾਂ ਤਿਆਰ ਕਰਨਾ ਹੈ। ਅਤੇ ਕੁੱਲ ਮਿਲਾ ਕੇ ਮਤਲਬ ਜਿਹੜਾ ਹੈ 14 ਲੱਖ ਅਤੇ 30,000 ਰਿੰਗਟ ਬਣਦਾ ਹੈ। ਅਤੇ ਜਿਹਨੂੰ ਆਪਾਂ 18 ਰੁਪਈਏ ਦੇ ਹਿਸਾਬ ਨਾਲ ਇੰਡੀਅਨ ਕਰੰਸੀ ਵਿੱਚ ਕਨਵਰਟ ਕਰਾਂਗੇ ਤਾਂ 2,57,40,00,000 ਰੁਪਈਆ ਬਣ ਜਾਂਦਾ ਹੈ, ਜਿਹੜੀ ਇਸ ਸਰੂਪ ਦੇ ਨਾਂ 'ਤੇ ਮਾਇਆ ਇਕੱਠੀ ਕੀਤੀ ਗਈ ਹੈ। ਉਹਨੇ ਆਪਣਾ ਦਰਬਾਰ ਸਾਹਿਬ ਵੀ ਉਸ ਪ੍ਰਧਾਨ ਨੇ ਵੱਖਰਾ ਬਣਾਇਆ, ਵੱਖਰਾ ਮਤਲਬ ਗੁਰਦੁਆਰਾ ਸਾਹਿਬ ਬਣਾਇਆ। ਅਤੇ ਜੇ ਉਹਨੂੰ ਕੋਈ ਕਹਿੰਦਾ ਵੀ ਤੂੰ ਕਿਉਂ ਕੀਤਾ, ਕਹਿੰਦਾ ਵੀ ਜਦੋਂ ਮੈਂ ਗੁਰਦੁਆਰਾ ਸਾਹਿਬ ਬਣਾਇਆ ਸੀ ਉਦੋਂ ਕਿਉਂ ਨਹੀਂ ਕਿਸੇ ਨੇ ਮੇਰਾ ਸਾਥ ਦਿੱਤਾ। ਗੁਰਦੁਆਰਾ ਤਾਂ ਉਹਨੇ ਸਾਰਾ ਸੰਗਤ ਤੋਂ ਮਾਇਆ ਇਕੱਠੀ ਕਰਕੇ ਬਣਾਇਆ। ਦੂਜਾ ਇਹ ਹੈ ਵੀ ਜਿਹੜੀ ਇਹਦੀ ਜਿਲਦ ਬਣਾਈ ਗਈ ਹੈ, ਜਿਨ੍ਹਾਂ ਨੇ ਫੋਟੋਆਂ ਵੇਖੀਆਂ ਨੇ ਉਹ ਵੇਖ ਲੈਣ, ਚੰਗੀ ਤਰ੍ਹਾਂ ਗੌਰ ਨਾਲ ਵੇਖ ਲੈਣ ਵੀ ਜਿਹੜੀ ਇਹਦੀ ਜਿਲਦ ਬਣਾਈ ਗਈ ਹੈ, ਜਿਲਦ ਦੇ ਉੱਪਰ ਜਿਹੜਾ ਇੱਕ ਓਅੰਕਾਰ ਪਾਇਆ ਗਿਆ ਉਹ ਵੀ ਗਲਤ ਪਾਇਆ ਗਿਆ। ਆਪਾਂ ਵੇਖਦੇ ਕਿਉਂਕਿ ਬਾਕੀ ਬਾਣੀ ਤਾਂ ਉਹਨਾਂ ਨੇ ਸਕੈਨ ਕਰ ਲਈ, ਜਿਲਦ ਹੀ ਉਹਨਾਂ ਨੇ ਖੁਦ ਬਣਾਈ ਆਪਣੀ ਲੈਬ ਦੇ ਵਿੱਚ।
ਤੇ ਜਿਹੜੀ ਗੁਰਬਾਣੀ ਦੀ ਅਸਲੀ ਗੁਰਮੁਖੀ ਅੱਖਰ ਨੇ ਉਹ ਸਾਡੇ ਇੱਥੇ ਅੰਮ੍ਰਿਤਸਰ ਲੈਬ ਵਿੱਚ ਭਾਈ ਚਤਰ ਸਿੰਘ, ਭਾਈ ਜੀਵਨ ਸਿੰਘ ਜਾਂ ਹੋਰ ਜਿਹੜੀਆਂ ਲੈਬਾਂ ਨੇ ਇੱਥੇ ਮਿਲ ਜਾਂਦੇ ਆ। ਉਸ ਦੀ ਲੈਬ ਵਿੱਚ ਸ਼ਾਇਦ ਇਹ ਫੌਂਟ ਨਹੀਂ ਹੋਣਗੇ, ਜਿਸ ਕਰਕੇ ਉਹਨੇ ਇੱਕ ਓਂਕਾਰ ਦੂਜਾ ਹੀ ਬਣਾ ਕੇ ਪਾ ਦਿੱਤਾ ਜਿਲਦ ਦੇ ਵਿੱਚ। ਕੁੱਲ ਮਿਲਾ ਕੇ ਜੋ ਵੀ ਹੋਇਆ ਗਲਤ ਹੋਇਆ। ਤੇ ਕਈਆਂ ਵੀਰਾਂ ਦੇ ਮੈਨੂੰ ਇਹ ਮੈਸੇਜ ਆਏ ਵੀ ਅਕਾਲ ਤਖਤ ਸਾਹਿਬ ਨੇ ਇਸ ਮੁੱਦੇ ਤੇ ਕਿਉਂ ਨਹੀਂ ਕੋਈ ਵਿਚਾਰ ਕੀਤੀ। ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦਿਆਂ ਵੀ ਅਕਾਲ ਤਖਤ ਸਾਹਿਬ ਵੱਲੋਂ ਇਸ ਚੀਜ਼ ਲਈ, ਇਸ ਸਰੂਪ ਨੂੰ ਛਾਪਣ ਲਈ ਮਨ੍ਹਾ ਕੀਤਾ ਗਿਆ ਸੀ ਸੰਨ 2011 ਦੇ ਵਿੱਚ। ਤੇ ਇਹ ਫੋਟੋਆਂ ਪਰਸੋਂ ਤੋਂ ਵਾਇਰਲ ਹੋ ਰਹੀਆਂ ਨੇ, ਪਰ ਇਹ ਜਿਹੜਾ ਸਰੂਪ ਹੈ ਇਹ ਪਰਸੋਂ ਨਹੀਂ ਛਪਿਆ। ਇਸ ਸਰੂਪ ਨੂੰ ਬਣੇ ਹੋਏ 7-8 ਸਾਲ ਹੋ ਗਏ ਨੇ। ਤੇ ਇਸ ਤਰੀਕੇ ਨਾਲ ਰੱਖਿਆ ਗਿਆ ਸੀ ਵੀ ਇਹ ਸਾਹਮਣੇ ਨਾ ਆਵੇ, ਇਹਨੂੰ ਕੋਈ ਵੇਖ ਨਾ ਸਕੇ, ਕੋਈ ਵਿਰੋਧ ਨਾ ਹੋ ਜਾਏ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਕੋਈ ਸਾਨੂੰ ਹੁਕਮਨਾਮਾ ਨਾ ਆ ਜਾਏ, ਕੋਈ ਸਜ਼ਾ ਨਾ ਜਾਰੀ ਹੋ ਜਾਏ। ਇਹ ਸੋਚ ਕੇ ਇਹ ਸਰੂਪ ਜਿਹੜਾ ਹੈ ਸ਼ੋਅ ਅਪ ਨਹੀਂ ਕੀਤਾ ਗਿਆ, ਸ਼ੀਸ਼ਿਆਂ ਵਿੱਚ ਬੰਦ। ਇਹਨੂੰ ਬਣੇ ਨੂੰ 7-8 ਸਾਲ ਦੇ ਕਰੀਬ ਹੋ ਗਏ ਨੇ। 2011 ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਤੇ ਰੋਕ ਲਾ ਦਿੱਤੀ ਗਈ ਸੀ, ਪਰ ਉਸ ਬੰਦੇ ਨੇ ਇਸ ਰੋਕ ਨੂੰ ਨਹੀਂ ਮੰਨਿਆ। ਉਹਨੇ ਆਪਣੀ ਲੈਬ ਆ ਤੇ ਬਹੁਤ ਮਾਇਆਧਾਰੀ ਬੰਦਾ ਹੈ, ਜਿੱਥੇ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ। ਤੇ ਜਦੋਂ ਮਾਇਆ ਕਿਸੇ ਕੋਲ ਆ ਜਾਏ, ਆਪਾਂ ਪੜ੍ਹਦੇ ਮਾਇਆਧਾਰੀ ਆ ਤੰਨਾ ਬੋਲਾ ਸ਼ਬਦ ਨਾ ਸੁਣੇ ਬਰੋਲ ਕਚੋਲਾ, ਕਿਸੇ ਦੀ ਕਿੱਥੇ ਸੁਣਦਾ ਮਾਇਆਧਾਰੀ ਬੰਦਾ। ਉਹਨੇ ਜਾਣੇ ਅਣਜਾਣੇ ਦੇ ਵਿੱਚ ਬੜੀ ਤਗੜੀ ਗਲਤੀ ਕਰ ਦਿੱਤੀ। 7 ਕੁਇੰਟਲ ਵਜਨ, 13 ਫੁੱਟ ਚੜਾਈ ਪ੍ਰਕਾਸ਼ ਕਰਕੇ ਬਣ ਜਾਂਦੀ, ਬਹਿ ਕੇ ਨਹੀਂ ਤੁਰ ਫਿਰ ਕੇ ਪੜ੍ਹਿਆ ਜਾ ਸਕਦਾ ਹੈ। ਇਹ ਬਹੁਤ ਉਸਨੇ ਗਲਤ ਕੀਤਾ। ਤੇ ਹੈਰਾਨਗੀ ਇਸ ਗੱਲ ਦੀ ਵੀ ਇੱਕ ਹਜ਼ਾਰ ਦੀ ਇੱਕ ਅੰਗ ਦੀ ਰਸੀਦ ਕਟਾਈ ਗਈ। 1000 ਇੰਡੀਆ ਵਾਲਾ ਨਹੀਂ, 1000 ਮਲੇਸ਼ੀਆ ਵਾਲਾ, 1000 ਰਿੰਗਟ। ਬਹੁਤ ਸਾਰੀ ਮਾਇਆ ਉਸਨੇ ਇਸ ਤੇ ਜ਼ਰੀਏ ਇਕੱਠੀ ਵੀ ਕੀਤੀ ਹੈ ਤੇ ਬਹੁਤ ਗਲਤ ਕੰਮ ਕੀਤਾ ਗਿਆ ਹੈ। ਇਹ ਨਹੀਂ ਸੀ ਕਰਨਾ ਚਾਹੀਦਾ। ਤੇ ਦੂਜੇ ਪਾਸੇ ਮੈਂ ਇਹ ਵੀ ਕਹਾਂਗਾ ਵੀ ਜੇ ਐਡਾ ਵੱਡਾ ਸਰੂਪ ਬਣਾਇਆ ਇਹ ਗਲਤ ਹੈ। ਤੇ ਜਿਹੜੇ ਡੱਬੀਆਂ ਵਰਗੇ ਛੋਟੇ ਛੋਟੇ ਸਰੂਪ ਬਣਾ ਕੇ ਲੋਕਾਂ ਘਰਾਂ ਵਿੱਚ ਰੱਖੇ ਨੇ, ਕਿਸੇ ਨੇ ਮਿਊਜ਼ੀਅਮ ਵਿੱਚ ਰੱਖੇ, ਕਈ ਥਾਵਾਂ 'ਤੇ ਰੱਖੇ ਪਏ ਨੇ, ਕੀ ਉਹ ਵੀ ਤਾਂ ਗਲਤ ਨੇ ਨਾ? ਆਪਾਂ ਨੂੰ ਸਾਰਿਆਂ ਪਾਸੇ ਸੋਚਣਾ ਪਏਗਾ। ਸਿੱਖੋ, ਜਾਗਰੂਕ ਬਣੋ। ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਪੜ੍ਹਨ ਨੂੰ ਦਿੱਤੀ ਹੈ, ਇਹਨੂੰ ਆਪਾਂ ਕਿਹੜੇ ਤਰੀਕੇ ਨਾਲ ਵਰਤਣ ਲੱਗ ਗਏ ਹਾਂ। ਬੱਚੇ ਦੇ ਕੋਲ ਕਿਤਾਬ ਜੇ ਭਾਰਾ ਜ਼ਿਆਦਾ ਬੈਗ ਹੋਵੇ ਤੇ ਬੱਚੇ ਨੂੰ ਚੁੱਕਣਾ ਔਖਾ ਹੋ ਜਾਂਦਾ, ਉਹ ਪੜ੍ਹਾਈ ਨਹੀਂ ਕਰ ਸਕਦਾ। ਤੇ ਜਿਹੜਾ ਬੰਦਾ ਇੰਨਾ ਵੱਡਾ ਸਰੂਪ ਕਿਵੇਂ ਚੁੱਕ ਸਕਦੇ? 10 ਬੰਦੇ ਵੀ ਨਹੀਂ ਚੁੱਕ ਸਕਦੇ 7 ਕੁਇੰਟਲ ਵਜਨ, ਤਾਂ ਬੜਾ ਔਖਾ। ਕਿੰਨੀ ਘੋਰ ਬੇਅਦਬੀ ਆ, ਉਹਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਉਹ ਸੁਖਾਸਣ ਹੀ ਹੋਇਆ ਪਿਆ ਉਹਦਾ। ਖਾਲੀ ਕਿੰਨਾ ਪੈਸਾ ਸਿੱਖ ਕੌਮ ਦਾ ਗਲਤ ਥਾਂ 'ਤੇ ਵਰਤ ਦਿੱਤਾ ਗਿਆ ਹੈ। ਸਤਿਗੁਰੂ ਨੇ ਕਿਹਾ ਸੀ, ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ। ਅਸੀਂ ਕਿਵੇਂ ਸਾਹਿਬ ਨੂੰ ਸੇਵ ਰਹੇ, ਨਾ ਅਕਲ ਨਾਲ ਸੇਵਾ ਕਰਦੇ ਪਏ ਹਾਂ ਗੁਰੂ ਦੀ, ਨਾ ਅਕਲ ਨਾਲ ਦਾਨ ਕਰਦੇ ਪਏ ਹਾਂ। ਬੜੀਆਂ ਹੋਰ ਥਾਵਾਂ ਨੇ ਜਿੱਥੇ ਸਾਨੂੰ ਅੱਜ ਵਰਕ ਕਰਨ ਦੀ ਲੋੜ ਹੈ। ਬੜੀਆਂ ਹੋਰ ਥਾਵਾਂ ਨੇ ਜਿਸ ਵਿਸ਼ੇ ਵਿੱਚ ਸਾਨੂੰ ਕੰਮ ਕਰਨ ਦੀ ਲੋੜ ਹੈ। ਆਪਣੇ ਇੰਡੀਆ ਦੇ ਵਿੱਚ ਆ ਕਰਕੇ ਜਿੱਥੇ ਅਸੀਂ ਬੈਠੇ ਹਾਂ, ਉੱਤਰਾਖੰਡ ਯੂਪੀ ਵਾਲਾ ਥਾਂ ਹੈ ਨਾਨਕ ਮਤਾ ਸਾਹਿਬ, ਇੱਧਰ ਪਿੰਡਾਂ ਦੇ ਵਿੱਚ ਕਿੰਨੇ, ਇੱਕ ਤੁਸੀਂ ਹਿਸਾਬ ਲਾ ਲਓ ਵੀ ਸ਼ਾਇਦ ਪੰਜਾਬ ਤੋਂ ਵੱਧ ਪੰਜਾਬੀ ਇਸ ਪਾਸੇ ਬੈਠੇ ਨੇ। ਇਹਨਾਂ ਪਿੰਡਾਂ ਦੇ ਵਿੱਚ ਆ ਕੇ ਕਿਤੇ ਫੇਰਾ ਮਾਰ ਕੇ ਵੇਖੋ, ਕਿੰਨੀ ਪ੍ਰਚਾਰ ਦੀ ਲੋੜ ਹੈ। ਚਲੋ ਇਹ ਇਲਾਕਾ ਫਿਰ ਵੀ ਚੰਗਾ। ਦੂਜੇ ਪਾਸੇ ਤੁਸੀਂ ਇੱਧਰ ਬਿਜਨੌਰ ਵੱਲ ਚੱਲ ਜਾਓ, ਜਿਹੜੇ ਸਿੱਖ ਬਣੇ ਹੋਏ ਲੋਕ ਨੇ ਉਹਨਾਂ ਦੇ ਘਰਾਂ ਵਿੱਚ, ਉਹਨਾਂ ਦੇ ਪਿੰਡਾਂ ਵਿੱਚ ਕਿੰਨੀ ਪ੍ਰਚਾਰ ਦੀ ਲੋੜ ਹੈ। ਉਹਨਾਂ ਨੂੰ ਵਿੱਦਿਆ ਪੜ੍ਹਾਉਣ ਦੀ ਲੋੜ ਹੈ, ਸਿਆਣੇ ਬਣਾਉਣ ਦੀ ਲੋੜ। ਉਸ ਵਿਸ਼ੇ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਸੀ, ਉੱਧਰ ਤਾਂ ਅਸੀਂ ਕੀਤਾ ਹੀ ਨਹੀਂ। ਫਜ਼ੂਲ ਇਹ ਮਾਇਆ ਖਰਚ ਕੇ ਐਡਾ ਮਹਿੰਗਾ, ਮਤਲਬ 2,57,40,000 ਮੈਂ ਬੈਠੇ ਨੇ ਹਿਸਾਬ ਲਾਇਆ, ਜੇ ਕਰੰਸੀ 18 ਰੁਪਈਏ ਹੋਵੇ ਤੇ ਜਿਹੜੀ ਉਸ ਸਰੂਪ ਤੋਂ ਕਮਾਈ ਹੋਈ ਹੈ 2,57,40,000, ਭਾਵ ਕਿ 14 ਲੱਖ ਤੇ 30,000 ਰਿੰਗਟ ਇਕੱਠਾ ਹੋ ਜਾਂਦਾ ਮਲੇਸ਼ੀਆ ਕਰੰਸੀ ਦੇ ਹਿਸਾਬ ਨਾਲ। ਤੇ ਫਿਰ ਇਹ ਲਿਖਿਆ ਨਹੀਂ ਗਿਆ ਵੀ ਲਿਖਾਈ ਤੇ ਖਰਚ ਆਏਗਾ, ਸ਼ਾਹੀ ਤੇ ਖਰਚ ਆਏਗਾ। ਇਹਨੂੰ ਸਕੈਨ ਕੀਤਾ ਗਿਆ, ਸਕੈਨ ਕਰਕੇ ਤੇ ਇਹ ਸੰਗਤ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਤੇ ਮੈਂ ਬੇਨਤੀ ਕਰਾਂਗਾ ਸੰਗਤ ਜੀ, ਇਹੋ ਜਿਹੀਆਂ ਚੀਜ਼ਾਂ ਦਾ ਵਿਰੋਧ ਹੋਣਾ ਚਾਹੀਦਾ। ਇਹ ਗਲਤ ਹੋਇਆ ਹੈ, ਇਹ ਸਹੀ ਨਹੀਂ ਹੋਇਆ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇੰਨਾ ਬਲ ਆ ਜਾਏ ਕਿ ਅਸੀਂ ਗਲਤ ਨੂੰ ਗਲਤ ਕਹਿ ਸਕੀਏ ਤੇ ਸਹੀ ਨੂੰ ਸਹੀ ਕਹਿ ਸਕੀਏ। ਇਹ ਉਸ ਸਰੂਪ ਦੇ ਬਾਰੇ ਜਾਣਕਾਰੀ ਸੀ। ਜਿਹੜੇ ਵੀਰ ਕਹਿੰਦੇ ਵੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਹੋਈ, ਰਾਤ ਭਾਈ ਸਰਬਜੀਤ ਸਿੰਘ ਟੋਟੀਆਂ ਜੋ ਦੁਆਬਾ ਜ਼ੋਨ ਦੇ ਇੰਚਾਰਜ ਨੇ, ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਸੀ। ਮੇਰੇ ਬੜੇ ਹਰਮਨ ਪਿਆਰੇ ਵੀਰ ਨੇ ਉਹ, ਤੇ ਬੜਾ ਪਿਆਰ ਹੈ ਦਾਸ ਨਾਲ ਉਹਨਾਂ ਦਾ। ਉਹਨਾਂ ਵੱਲੋਂ ਪੋਸਟ ਪਾਈ ਗਈ ਸੀ ਕਿ ਅਕਾਲ ਤਖਤ ਸਾਹਿਬ ਨੇ 2011 ਵਿੱਚ ਇਸ ਸਰੂਪ 'ਤੇ ਰੋਕ ਲਾ ਦਿੱਤੀ ਸੀ। ਉਸ ਬੰਦੇ ਨੇ ਚੋਰੀ ਬਣਾ ਦਿੱਤਾ ਹੈ। ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਬਹੁਤ ਉਹ ਮਾਇਆਧਾਰੀ ਬੰਦਾ ਤੇ ਬੜਾ ਅਭਿਮਾਨੀ ਬਿਰਤੀ ਦਾ ਬੰਦਾ ਹੈ, ਕਿਸੇ ਦੀ ਗੱਲ ਨਾ ਸੁਣਨ ਵਾਲਾ ਬੰਦਾ ਹੈ।
ਤੇ ਇਸ ਚੀਜ਼ ਦਾ ਤੁਸੀਂ ਖੰਡਨ ਕਰੋ। ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਉਸ ਬਾਰੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੇ ਉਹ ਪੈਚਅਪ ਵਾਲਾ ਸਿਸਟਮ ਬਣਾਇਆ ਵੀ ਕਾਰਡ ਲਾ ਕੇ ਗ੍ਰੰਥੀ ਸਿੰਘ ਅੰਦਰ ਜਾਣਗੇ, ਕਾਰਡ ਲਾ ਕੇ, ਭਾਵ ਕਿ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਅੰਦਰ ਜਾ ਸਕੇ, ਠੀਕ ਹੈ ਨਾ, ਦੂਸਰਾ ਬੰਦਾ ਬਾਹਰਲਾ ਜਾ ਹੀ ਨਹੀਂ ਸਕਦਾ। ਤੇ ਜਿੱਦਣ ਇਹ ਸਰੂਪ ਅੱਜ ਤੋਂ 7-8 ਸਾਲ ਪਹਿਲਾਂ ਬਣਿਆ ਸੀ, ਉੱਥੇ ਵਿਰੋਧ ਹੋਇਆ। ਗ੍ਰੰਥੀ ਸਿੰਘ ਜਿਹੜੇ ਜਾਗਦੀ ਜ਼ਮੀਰ ਵਾਲੇ ਨੇ, ਉਹਨਾਂ ਵਿਰੋਧ ਕੀਤਾ ਵੀ ਇਹ ਗਲਤ ਕਰ ਰਹੇ ਹੋ ਤੁਸੀਂ, ਤੇ ਉਹਨਾਂ ਗ੍ਰੰਥੀਆਂ ਨੂੰ ਕੱਢ ਦਿੱਤਾ ਗਿਆ ਉਸ ਪੁਚੰਗ ਗੁਰਦੁਆਰਾ ਸਾਹਿਬ ਦੇ ਵਿੱਚੋਂ। ਤੇ ਅੱਜ ਵੀ ਜਿਹੜੇ ਉੱਥੇ ਡਿਊਟੀ ਕਰਦੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਵਿਰੋਧ ਕਰੋ, ਇਹ ਗਲਤ ਹੋਇਆ ਹੈ, ਨਹੀਂ ਹੋਣਾ ਚਾਹੀਦਾ, ਗੁਰੂ ਸਾਹਿਬ ਦੀ ਬੇਅਦਬੀ ਹੈ। ਹੁਣ ਜੇ ਬਣੀ ਗਿਆ ਹੈ ਤੇ ਇਹਦੀ ਸੇਵਾ ਸੰਭਾਲ ਜਿਹੜੀ ਹੈ ਕਿਸੇ ਤਰ੍ਹਾਂ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਜਾਵੇ ਜਾਂ ਕੁਝ ਕਰ ਦਿੱਤਾ ਜਾਵੇ, ਇਹਦੀ ਬੇਅਦਬੀ ਨਾ ਹੋਵੇ। ਇਹ ਸਕੈਨ ਕਰਕੇ ਬਣਾਇਆ ਗਿਆ। ਬਾਕੀ ਜਿਲਦ ਦੇ ਉੱਪਰ ਲਿਖਿਆ ਇੱਕ ਓਂਕਾਰ ਦੱਸਦਾ ਵੀ ਉਹਨਾਂ ਕੋਲ ਪੰਜਾਬੀ ਫੌਂਟ ਹੈ ਨਹੀਂ ਸਨ, ਜਿਹੜੇ ਗੁਰਮੁਖੀ ਫੌਂਟ ਹੁੰਦੇ ਨੇ, ਮਾਫ ਕਰਿਓ, ਤੇ ਜਿਹਦੇ ਨਾਲ ਗੁਰਬਾਣੀ ਦੀ ਲਿਖਾਈ ਹੁੰਦੀ ਹੈ। ਉਹਨਾਂ ਨੇ ਇੱਕ ਓਂਕਾਰ ਜਿਲਦ ਵਾਲਾ ਆਪਾਂ ਵੇਖਦੇ ਨੇ ਕਿਹੜੇ ਢੰਗ ਦਾ ਬਣਾਇਆ ਹੈ, ਇਹ ਇੱਕ ਓਂਕਾਰ ਐਵੇਂ ਨਹੀਂ ਹੁੰਦਾ। ਤੇ ਬਾਕੀ ਚਲੋ ਸਤਿਗੁਰੂ ਕਿਰਪਾ ਕਰਨ। ਇਹ ਸੀ ਅਹਿਮ ਜਾਣਕਾਰੀਆਂ, ਤੁਸੀਂ ਅੱਗੇ ਵੀ ਸੰਗਤ ਨੂੰ ਸੁਣਾਇਓ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ, ਕਿ ਕਿੰਨੀ ਕਮਾਈ ਉਸ ਸਰੂਪ ਤੋਂ ਹੋਈ ਹੈ ਤੇ ਕਿਵੇਂ ਧੱਕੇ ਨਾਲ ਉਸ ਬੰਦੇ ਨੇ ਛਾਪ ਦਿੱਤਾ ਹੈ। ਉਹਦਾ ਵਿਰੋਧ ਹੋਣਾ ਚਾਹੀਦਾ ਹੈ, ਇਹ ਉਸਨੇ ਗਲਤ ਕੀਤਾ ਹੈ, ਉਹਦੀ ਬਣਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਇੰਨੀਆਂ ਕੁ ਬੇਨਤੀਆਂ ਕਰਦਿਆਂ ਕੋਈ ਜੇ ਗਲਤ ਕਹਿ ਗਿਆ ਹਾਂ ਤੇ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।